ਸਾਰਿਆਂ ਨੂੰ ਮੇਰਾ ਨਮਸਕਾਰ। ਔਰ ਮੈਂ ਡਾਕਟਰ ਸ਼ਿਖਾ ਚਾਵਲਾ ਹਾਂ ਔਰ ਪਟੇਲ ਹਸਪੀਟਲ ਦੇ ਰੇਡੀਏਸ਼ਨ ਡਿਪਾਰਟਮੈਂਟ ਵਿੱਚ ਐਚਓਡੀ ਹਾਂ ਔਰ ਨਾਲੇ ਹੀ ਪਟੇਲ ਹਸਪੀਟਲ ਦੇ ਇੱਕ ਡਾਇਰੈਕਟਰ ਹਾਂ। ਬ੍ਰੇਨ ਟਿਊਮਰਸ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੇਸ਼ੈਂਟ ਇੱਕਦਮ ਘਬਰਾ ਜਾਂਦਾ ਹੈ। ਉਹਨੂੰ ਲੱਗਦਾ ਹੈ ਕਿ ਜਦੋਂ ਬ੍ਰੇਨ ਟਿਊਮਰ ਹੋ ਗਿਆ ਉਹ ਬਿਲਕੁਲ ਲਾਈਫ ਦਾ ਅੰਤ ਹੈ। ਅੱਜ ਅਸੀਂ ਕੁਝ ਇੱਕ ਬ੍ਰੇਨ ਟਿਊਮਰ ਬਾਰੇ ਜਿਹੜੇ ਆਮ ਤੌਰ ਤੇ ਕੁਐਸਚਨ ਸਾਡੇ ਦਿਮਾਗ ਵਿੱਚ ਆਉਂਦੇ ਹਨ ਉਹਨਾਂ ਬਾਰੇ ਗੱਲ ਕਰਾਂਗੇ। ਆਖਿਰ ਬ੍ਰੇਨ ਟਿਊਮਰ ਹੈ ਕੀ? ਜਿਸ ਤਰ੍ਹਾਂ ਕਿਤੇ ਵੀ ਹੋਰ ਟਿਊਮਰ ਬਣਦਾ ਹੈ ਜਾਂ ਸੈੱਲ ਵਧਣ ਲੱਗ ਜਾਂਦੇ ਹਨ, ਉਸੇ ਤਰ੍ਹਾਂ ਜੇ ਬ੍ਰੇਨ ਵਿੱਚ ਸੈੱਲ ਆਮ ਤੋਂ ਜ਼ਿਆਦਾ ਵਧਣ ਲੱਗ ਜਾਣ ਉਹ ਬ੍ਰੇਨ ਟਿਊਮਰ ਦਾ ਰੂਪ ਧਾਰਨ ਕਰ ਲੈਂਦੇ ਹਨ। ਇਹ ਖਤਰਨਾਕ ਇਸ ਲਈ ਹੈ ਕਿਉਂਕਿ ਬ੍ਰੇਨ ਦੇ ਆਸ-ਪਾਸ ਹੱਡੀਆਂ ਦਾ ਇੱਕ ਖੋਲ ਹੁੰਦਾ ਹੈ ਜਿਹਨੂੰ ਸਕਲ ਕਹਿੰਦੇ ਹਨ, ਤੇ ਜੇ ਬ੍ਰੇਨ ਵਿੱਚ ਟਿਊਮਰ ਬਣ ਜਾਵੇ ਤੇ ਸੋਜਿਸ਼ ਹੋ ਜਾਂਦੀ ਹੈ ਔਰ ਸੋਜਿਸ਼ ਕਰਕੇ ਖੋਲ ਦੇ ਅੰਦਰ ਬ੍ਰੇਨ ਨੂੰ ਫੁੱਲਣ ਦੀ ਜਗ੍ਹਾ ਨਹੀਂ ਮਿਲਦੀ, ਇਸ ਕਰਕੇ ਲਾਈਫ ਥ੍ਰੈਟਨਿੰਗ ਹੋ ਜਾਂਦਾ ਹੈ। ਆਮ ਤੌਰ ਤੇ ਹਰ ਲੱਖ ਵਿੱਚੋਂ 5 ਜਾਂ 10 ਲੋਕਾਂ ਨੂੰ ਬ੍ਰੇਨ ਟਿਊਮਰ ਹੋਣ ਦਾ ਖਤਰਾ ਰਹਿੰਦਾ ਹੈ। ਸਾਰੇ ਕੈਂਸਰਸ ਵਿੱਚੋਂ 2% ਲੋਕਾਂ ਨੂੰ ਬ੍ਰੇਨ ਟਿਊਮਰ ਹੋ ਜਾਂਦਾ ਹੈ। ਬ੍ਰੇਨ ਟਿਊਮਰ ਵੀ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਜਿਹੜਾ ਕੈਂਸਰ ਹੋਵੇ ਔਰ ਇੱਕ ਜਿਹੜਾ ਕੈਂਸਰ ਨਾ ਹੋਵੇ। ਜਿਹੜਾ ਬ੍ਰੇਨ ਟਿਊਮਰ ਹੁੰਦਾ ਹੈ ਇਹ ਆਮ ਤੌਰ ਤੇ ਬ੍ਰੇਨ ਵਿੱਚ ਹੀ ਫੈਲਦਾ ਹੈ। ਜਦੋਂ ਇਹ ਬ੍ਰੇਨ ਵਿੱਚ ਆਸ-ਪਾਸ ਦੇ ਟਿਸ਼ੂ ਨੂੰ ਫੜ ਲਵੇ ਤੇ ਫੈਲਣ ਲੱਗ ਜਾਵੇ ਤੇ ਉਹਨੂੰ ਕੈਂਸਰ ਵਾਲਾ ਟਿਊਮਰ ਕਹਿ ਦਿੰਦੇ ਹੈ। ਪਰ ਜੇ ਆਸ-ਪਾਸ ਨਾ ਫੈਲੇ ਤੇ ਜਿੱਦੀ ਜਗ੍ਹਾ ਤੇ ਉਗਿਆ ਹੈ ਉੱਥੇ ਹੀ ਪਿਆ ਰਹੇ ਤੇ ਇਹਨੂੰ ਕੈਂਸਰ ਨਹੀਂ ਕਹਿੰਦੇ। ਬ੍ਰੇਨ ਟਿਊਮਰ ਦੀ ਇੱਕ ਖਾਸੀਅਤ ਹੈ ਕਿ ਇਹ ਆਪਣੀ ਜਗ੍ਹਾ ਤੋਂ ਨਿਕਲ ਕੇ ਕਿਸੇ ਹੋਰ ਹਿੱਸੇ ਨੂੰ ਪ੍ਰਭਾਵਿਤ ਨਹੀਂ ਕਰਦਾ। ਬ੍ਰੇਨ ਟਿਊਮਰ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਤਾਂ ਜਿਹੜਾ ਬ੍ਰੇਨ ਵਿੱਚ ਹੀ ਸਟਾਰਟ ਹੋਏ ਉਹਨੂੰ ਪ੍ਰਾਇਮਰੀ ਬ੍ਰੇਨ ਟਿਊਮਰ ਕਹਿੰਦੇ ਹਨ। ਆਮ ਤੌਰ ਤੇ ਤੁਸੀਂ ਸੁਣਿਆ ਹੋਵੇਗਾ ਕਿ ਕਿਸੇ ਹੋਰ ਥਾਂ ਦਾ ਟਿਊਮਰ, ਜਿਸ ਤਰ੍ਹਾਂ ਕਿ ਬ੍ਰੈਸਟ ਦਾ ਜਾਂ ਫੇਫੜੇ ਦਾ, ਡਾਕਟਰ ਤੁਹਾਨੂੰ ਕਹੇਗਾ ਕਿ ਬਈ ਇਹ ਬ੍ਰੇਨ ਵਿੱਚ ਫੈਲ ਗਿਆ ਹੈ। ਇਹ ਆਮ ਤੌਰ ਤੇ ਚੌਥੀ ਸਟੇਜ ਦਾ ਅੰਸ਼ ਹੁੰਦਾ ਹੈ। 2 ਸਾਲ ਤੋਂ ਘੱਟ ਉਮਰ ਵਾਲੇ ਔਰ 60 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਨੂੰ ਜ਼ਿਆਦਾਤਰ ਬ੍ਰੇਨ ਟਿਊਮਰ ਪਾਇਆ ਜਾਂਦਾ ਹੈ। ਇਹਦਾ ਕੋਈ ਪ੍ਰਭਾਵਿਤ ਕਾਜ਼ ਨਹੀਂ ਹੈ ਕਿ ਤੁਸੀਂ ਕਹੋਗੇ ਇੱਕ ਰੀਜ਼ਨ ਹੋਵੇ ਜਿਹਦੇ ਨਾਲ ਕਿ ਬ੍ਰੇਨ ਟਿਊਮਰ ਹੋ ਸਕਦਾ ਹੈ। ਸਭ ਤੋਂ ਕਾਮਨ ਜਿਹੜਾ ਇਹਦਾ ਸਿੰਪਟਮ ਹੁੰਦਾ ਹੈ ਜਾਂ ਜੋ ਸਾਨੂੰ ਪੇਸ਼ੈਂਟ ਵਿੱਚ ਚਿੰਨ੍ਹ ਦਿਖਾਈ ਦਿੰਦੇ ਹਨ, ਸਭ ਤੋਂ ਆਮ ਤੇ ਸਿਰ ਦਰਦ ਹੁੰਦਾ ਹੈ। ਪੇਸ਼ੈਂਟ ਨੂੰ ਉਲਟੀ ਆਉਣ ਦੀ ਫੀਲਿੰਗ ਹੁੰਦੀ ਹੈ, ਉਲਟੀ ਆਂਦੀ ਵੀ ਹੈ। ਅੱਖਾਂ ਦੀ ਰੋਸ਼ਨੀ ਤੇ ਪ੍ਰਭਾਵ ਪੈ ਸਕਦਾ ਹੈ, ਬੋਲਣ ਦੀ ਤਾਕਤ ਤੇ ਪ੍ਰਭਾਵ ਪੈ ਸਕਦਾ ਹੈ, ਦੌਰੇ ਆ ਸਕਦੇ ਹਨ ਔਰ ਕਿਸੇ ਵੀ ਸਰੀਰ ਦੇ ਹਿੱਸੇ ਵਿੱਚ ਵੀਕਨੈਸ ਆ ਸਕਦੀ ਹੈ। ਪੇਸ਼ੈਂਟ ਆਮ ਤੌਰ ਤੇ ਸੋਚਦਾ ਹੈ ਕਿ ਉਹਨੂੰ ਸਟ੍ਰੋਕ ਹੋ ਗਿਆ ਹੈ, ਪਰ ਇਸ ਵਿੱਚ ਤੁਹਾਨੂੰ ਡਾਕਟਰ ਤੋਂ ਜਾਂਚ ਕਰਾ ਲੈਣੀ ਚਾਹੀਦੀ ਹੈ ਕਿ ਉਹ ਆਮ ਤੌਰ ਤੇ ਸਟ੍ਰੋਕ ਹੈ, ਬ੍ਰੇਨ ਵਿੱਚ ਕੋਈ ਖੂਨ ਦੀ ਨਾੜੀਆਂ ਦਾ ਜਮਾਵ ਹੈ ਜਾਂ ਫਿਰ ਕੋਈ ਬ੍ਰੇਨ ਟਿਊਮਰ ਬਣ ਗਿਆ ਹੈ। ਤੁਸੀਂ ਹੋਰ ਜਾਣਨਾ ਚਾਹੋਗੇ ਕਿ ਬ੍ਰੇਨ ਵਿੱਚ ਆਪਾਂ ਸਟੇਜ ਦੀ ਗੱਲ ਕਿਸ ਤਰ੍ਹਾਂ ਕਰਦੇ ਹਾਂ। ਬ੍ਰੇਨ ਵਿੱਚ ਕੋਈ ਸਟੇਜ ਨਹੀਂ ਹੁੰਦੀ ਟਿਊਮਰ ਦੀ, ਗ੍ਰੇਡ ਹੁੰਦਾ ਹੈ। ਗ੍ਰੇਡ ਦਾ ਮਤਲਬ ਹੈ ਕਿ ਕਿੰਨੀ ਤੇਜ਼ੀ ਨਾਲ ਟਿਊਮਰ ਵੱਧ ਰਿਹਾ ਹੈ। 4 ਗ੍ਰੇਡ ਵਿੱਚ ਇਹਨੂੰ ਵੰਡਿਆ ਜਾਂਦਾ ਹੈ, ਪਹਿਲਾ, ਦੂਸਰਾ, ਤੀਸਰਾ ਤੇ ਚੌਥਾ। ਨਾਰਮਲ ਹੈ ਕਿ ਚੌਥੇ ਗ੍ਰੇਡ ਵਾਲਾ ਟਿਊਮਰ ਸਭ ਤੋਂ ਜ਼ਿਆਦਾ ਹੋਏਗਾ ਔਰ ਇਹ ਆਮ ਤੌਰ ਤੇ ਸਭ ਤੋਂ ਕਾਮਨਲੀ ਪਾਇਆ ਜਾਂਦਾ ਹੈ। ਬ੍ਰੇਨ ਟਿਊਮਰ ਦਾ ਇਲਾਜ 2 ਤਰੀਕਿਆਂ ਤੋਂ ਸਭ ਤੋਂ ਜ਼ਿਆਦਾ ਹੁੰਦਾ ਹੈ। ਸਭ ਤੋਂ ਮੁੱਖ ਜਿਹੜਾ ਇਹਦਾ ਟ੍ਰੀਟਮੈਂਟ ਹੈ ਉਹ ਸਰਜਰੀ ਹੈ। ਜੇ ਬ੍ਰੇਨ ਟਿਊਮਰ ਦੀ ਸਰਜਰੀ ਹੋ ਜਾਵੇ ਔਰ ਬ੍ਰੇਨ ਟਿਊਮਰ ਕੱਢਿਆ ਜਾ ਸਕੇ ਤਾਂ ਉਹ ਸਭ ਤੋਂ ਵਧੀਆ ਟਿਊਮਰ ਹੈ। ਜਿੰਨਾ ਵੀ ਕੱਢਿਆ ਜਾ ਸਕੇ ਉਸ ਦੇ ਨਾਲ ਸੋਜਿਸ਼ ਘੱਟ ਹੋ ਜਾਂਦੀ ਹੈ ਔਰ ਪੇਸ਼ੈਂਟ ਨੂੰ ਇੱਕਦਮ ਆਰਾਮ ਆ ਜਾਂਦਾ ਹੈ। ਅੱਜ ਕੱਲ੍ਹ ਬਹੁਤ ਨਵੇਂ ਤਰੀਕੇ ਆ ਗਏ ਨੇ ਸਰਜਰੀ ਦੇ। ਕਈ ਦਫਾ ਪੇਸ਼ੈਂਟ ਦੀ MRI ਕਰਕੇ ਦੇਖਿਆ ਜਾ ਸਕਦਾ ਹੈ ਕਿ ਕਿਹੜੇ ਹਿੱਸੇ ਨੂੰ ਕੱਢਣਾ ਹੈ ਔਰ ਪੇਸ਼ੈਂਟ ਦੇ ਨਾਰਮਲ ਬ੍ਰੇਨ ਨੂੰ ਬਹੁਤ ਜ਼ਿਆਦਾ ਬਚਾਇਆ ਜਾ ਸਕਦਾ ਹੈ। ਕਿਸੇ ਕੇਸ ਵਿੱਚ ਪੇਸ਼ੈਂਟ ਨੂੰ ਪੂਰਾ ਬੇਹੋਸ਼ ਵੀ ਨਹੀਂ ਕੀਤਾ ਜਾਂਦਾ ਔਰ ਪੇਸ਼ੈਂਟ ਨਾਲ ਡਾਕਟਰ ਸਰਜਰੀ ਦੇ ਸਮੇਂ ਗੱਲਾਂ ਕਰਦਾ ਰਹਿੰਦਾ ਹੈ ਔਰ ਉਸ ਦੇ ਨਾਲ ਹੀ ਸਰਜਰੀ ਮੁਕੰਮਲ ਕਰ ਦਿੱਤੀ ਜਾਂਦੀ ਹੈ। ਕਦੀ ਜਿਹੜਾ ਬ੍ਰੇਨ ਟਿਊਮਰ ਹੈ ਉਹ ਐਸੇ ਹਿੱਸੇ ਵਿੱਚ ਪਿਆ ਹੁੰਦਾ ਹੈ ਜਿੱਥੇ ਕਿ ਸਰਜਰੀ ਨਹੀਂ ਹੋ ਸਕਦੀ। ਜਦੋਂ ਸਰਜਰੀ ਨਹੀਂ ਹੋ ਸਕਦੀ ਫਿਰ ਵੀ ਸਾਨੂੰ ਘੱਟੋ ਘੱਟ ਉਥੋਂ ਪੀਸ ਟੈਸਟ ਜ਼ਰੂਰ ਲੈਣਾ ਪੈਂਦਾ ਹੈ, ਕਿਉਂਕਿ ਪੀਸ ਟੈਸਟ ਤੋਂ ਬਗੈਰ ਇਹ ਪਤਾ ਨਹੀਂ ਚੱਲ ਸਕਦਾ ਕਿ ਬ੍ਰੇਨ ਟਿਊਮਰ ਕਿਸ ਤਰ੍ਹਾਂ ਦਾ ਹੈ ਤੇ ਉਹਦੇ ਵਿੱਚ ਅੱਗੇ ਕਿਹੜਾ ਟ੍ਰੀਟਮੈਂਟ ਦੇਣਾ ਹੈ। ਪਹਿਲੇ ਕੀਮੋਥੈਰੇਪੀ ਦਾ ਰੋਲ ਜ਼ਿਆਦਾ ਬ੍ਰੇਨ ਟਿਊਮਰ ਵਿੱਚ ਨਹੀਂ ਕਹਿੰਦੇ ਸੀ, ਪਰ ਹੁਣ ਇੱਕ ਦਵਾਈ ਆ ਗਈ ਹੈ ਜਿਹੜੀ ਕਿ ਬ੍ਰੇਨ ਟਿਊਮਰ ਵਿੱਚ ਬਹੁਤ ਇਫੈਕਟਿਵ ਹੈ। ਸਰਜਰੀ ਤੋਂ ਬਾਅਦ ਦੂਸਰਾ ਟ੍ਰੀਟਮੈਂਟ ਜਿਹੜਾ ਸਭ ਤੋਂ ਜ਼ਿਆਦਾ ਇਫੈਕਟਿਵ ਹੈ ਉਹ ਰੇਡੀਏਸ਼ਨ ਹੈ। ਆਮ ਤੌਰ ਤੇ ਕੰਪਿਊਟਰ ਤੇ ਅੱਜਕੱਲ ਪਲੈਨਿੰਗ ਕੀਤੀ ਜਾਂਦੀ ਹੈ। ਸਿਰ ਦਾ ਇੱਕ ਮੁਖੌਟਾ ਬਣਾ ਕੇ CT ਸਕੈਨ ਔਰ MRI ਕਰਕੇ ਜਿਹੜੇ ਹਿੱਸੇ ਵਿੱਚ ਟਿਊਮਰ ਸੀਗਾ ਉਹਨੂੰ ਕੰਪਿਊਟਰ ਰਾਹੀਂ ਮਾਰਕ ਕਰ ਲਿੱਤਾ ਜਾਂਦਾ ਹੈ ਔਰ ਆਮ ਤੌਰ ਤੇ 6 ਹਫ਼ਤੇ ਦੇ ਟ੍ਰੀਟਮੈਂਟ ਰਾਹੀਂ ਇਹ ਟ੍ਰੀਟਮੈਂਟ ਦਿੱਤਾ ਜਾਂਦਾ ਹੈ। ਨਵੀਆਂ ਤਕਨੀਕਾਂ ਵਿੱਚ ਤੁਸੀਂ ਸੁਣਿਆ ਹੋਵੇਗਾ ਅੱਜਕੱਲ ਇੱਕ ਨਵਾਂ ਟ੍ਰੀਟਮੈਂਟ ਆਇਆ ਹੈ ਪ੍ਰੋਟੋਨ ਬੀਮ, ਪਰ ਹਜੇ ਉਹ ਇੰਡੀਆ ਵਿੱਚ ਇੰਨਾ ਪ੍ਰਚਲਿਤ ਨਹੀਂ ਹੈ। ਇੱਕ ਲੋਕੀ ਪੁੱਛਦੇ ਨੇ ਕਿ ਸਟੀਰੀਓਟੈਕਟਿਕ ਰੇਡੀਓਥੈਰੇਪੀ, ਇਹ ਇੱਕ ਤਰ੍ਹਾਂ ਦਾ ਟ੍ਰੀਟਮੈਂਟ ਹੁੰਦਾ ਹੈ ਜਿਸ ਵਿੱਚ ਬ੍ਰੇਨ ਟਿਊਮਰ ਜਿਹੜਾ ਕਿ 3 ਸੈਂਟੀਮੀਟਰ ਤੋਂ ਘੱਟ ਹੋਵੇ ਉਸ ਵਿੱਚ ਅਸੀਂ ਇਹ ਟ੍ਰੀਟਮੈਂਟ ਦੇ ਸਕਦੇ ਹਾਂ।
ਜਦੋਂ ਅਸੀਂ ਇਹ ਇੱਕ ਮਸ਼ੀਨ ਤੇ ਦਿੰਨੇ ਹਾਂ, ਕਈ ਦਫਾ ਇੱਕ ਸਿਟਿੰਗ ਵਿੱਚ ਹੀ ਟ੍ਰੀਟਮੈਂਟ ਕੰਪਲੀਟ ਹੋ ਜਾਂਦਾ ਹੈ, ਕਦੀ ਸਿਰਫ 4 ਤੋਂ 5 ਸਿਟਿੰਗ ਦੇਣੀਆਂ ਪੈਂਦੀਆਂ ਹਨ। ਪਰ ਇਹਦੇ ਲਈ ਵਿਸ਼ੇਸ਼ਤਾ ਇਹੀ ਹੈ ਕਿ ਟਿਊਮਰ 3 ਸੈਂਟੀਮੀਟਰ ਤੋਂ ਘੱਟ ਹੋਣਾ ਚਾਹੀਦਾ ਹੈ। ਬ੍ਰੇਨ ਟਿਊਮਰ ਜੇ ਤੇਜ਼ੀ ਨਾਲ ਵਧਣ ਵਾਲਾ ਹੋਵੇ, ਸਾਨੂੰ ਬ੍ਰੇਨ ਟਿਊਮਰ ਦੀ ਬਾਇਓਪਸੀ ਔਰ ਆਗੇ ਉਹਦੀ ਬਣਤਰ ਬਾਰੇ ਪੂਰਾ ਪਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਰੇਡੀਓਥੈਰੇਪੀ ਕਿੰਨੀ ਦੇਣੀ ਹੈ ਔਰ ਆਗੇ ਕੀਮੋਥੈਰੇਪੀ ਕਿੰਨੀ ਦੇਣੀ ਹੈ। ਇਹੋ ਜਿਹੀ ਗੱਲ ਨਹੀਂ ਹੈ ਕਿ ਟ੍ਰੀਟਮੈਂਟ ਦੇ ਕੋਈ ਸਾਈਡ ਇਫੈਕਟ ਨਹੀਂ ਹੁੰਦੇ। ਆਮ ਤੌਰ ਤੇ ਸਾਈਡ ਇਫੈਕਟ ਹੁੰਦੇ ਨੇ, ਪਰ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਪੇਸ਼ੈਂਟ ਦੇ ਵਿੱਚ ਕੰਟਰੋਲ ਵਿੱਚ ਆ ਜਾਂਦੇ ਨੇ। ਜਿਹੜਾ ਸਭ ਤੋਂ ਕਾਮਨ ਸਾਈਡ ਇਫੈਕਟ ਹੈ ਉਹ ਹੈ ਬਾਲ ਜਾਣਾ। ਬਾਲ ਚਲੇ ਜਾਂਦੇ ਨੇ, ਉਸ ਤੋਂ ਬਾਅਦ ਵਾਪਸ ਆਉਂਦੇ ਨੇ, ਲੇਕਿਨ ਉਨੀ ਮਾਤਰਾ ਵਿੱਚ ਵਾਪਸ ਨਹੀਂ ਆਉਂਦੇ ਜਿੰਨੇ ਪਹਿਲੇ ਹੁੰਦੇ ਨੇ। ਥੋੜਾ ਬਹੁਤ ਨੌਜ਼ੀਆ, ਬ੍ਰੇਨ ਵਿੱਚ ਸੋਜਿਸ਼ ਰਹਿਣਾ, ਹਲਕੀ ਮਾੜੀ ਹੈਡੇਕ ਰਹਿਣਾ, ਇਹ ਪੇਸ਼ੈਂਟ ਵਿੱਚ ਆਮ ਹੈ। ਉਸ ਤੋਂ ਇਲਾਵਾ ਸਕਿਨ ਦੇ ਵਿੱਚ ਥੋੜੇ ਚੇਂਜਸ ਆ ਜਾਂਦੇ ਹਨ, ਸਕਿਨ ਥੋੜੀ ਕਾਲੇਪਨ ਤੇ ਆ ਜਾਂਦੀ ਹੈ। ਜਿਹੜਾ ਸਭ ਤੋਂ ਜ਼ਿਆਦਾ ਸਾਨੂੰ ਤੰਗ ਕਰਦੀ ਹੈ, ਇੱਕ ਦੋ ਚੀਜ਼ਾਂ ਹਨ। ਸਾਨੂੰ ਕਈ ਦਫਾ ਹਾਰਮੋਨ ਸ਼ੁਰੂ ਕਰਨੇ ਪੈ ਜਾਂਦੇ ਹਨ, ਕਿਉਂਕਿ ਹਾਰਮੋਨ ਦਾ ਬੈਲੈਂਸ ਵੀ ਸਾਡਾ ਬ੍ਰੇਨ 'ਚੋਂ ਹੁੰਦਾ ਹੈ। ਪੇਸ਼ੈਂਟ ਦੀ ਮੈਮਰੀ ਦੇ ਕਈ ਦਫਾ ਲਾਸ ਹੋ ਜਾਂਦਾ ਹੈ, ਉਹਦੇ ਲਈ ਵੀ ਦਵਾਈਆਂ ਦੇਈਏ ਤਾਂ ਹੌਲੀ ਹੌਲੀ ਪੇਸ਼ੈਂਟ ਉਹਨੂੰ ਮੇਕਅਪ ਕਰ ਲੈਂਦਾ ਹੈ। ਔਰ ਇੱਕ ਪੇਸ਼ੈਂਟ ਵਿੱਚ ਜਿਹੜਾ ਸਭ ਤੋਂ ਆਉਂਦਾ ਹੈ ਕਿ ਪੇਸ਼ੈਂਟ ਦੀ ਸੋਚਣ ਦੀ ਸ਼ਕਤੀ ਥੋੜੀ ਸਲੋ ਹੋ ਜਾਂਦੀ ਹੈ, ਖਤਮ ਨਹੀਂ ਹੁੰਦੀ ਬਟ ਸਲੋ ਹੋ ਜਾਂਦੀ ਹੈ। ਟ੍ਰੀਟਮੈਂਟ ਤੋਂ ਬਾਅਦ ਪੇਸ਼ੈਂਟ ਨੂੰ ਲਗਾਤਾਰ ਫੋਲੋ ਅਪ ਤੇ ਰਹਿਣਾ ਪੈਂਦਾ ਹੈ। ਉਹਨੂੰ ਜਾਂ ਤਾਂ ਆਪਣੇ ਸਰਜਨ ਨਾਲ ਜਾਂ ਆਪਣੇ ਰੇਡੀਏਸ਼ਨ ਵਾਲੇ ਡਾਕਟਰ ਨਾਲ ਲਗਾਤਾਰ ਚੈੱਕਅਪ ਤੇ ਰਹਿਣਾ ਪੈਂਦਾ ਹੈ। ਸਮੇਂ-ਸਮੇਂ ਸਿਰ MRI ਕਰਾਉਣੀ ਪੈਂਦੀ ਹੈ। ਜੇ ਤੁਸੀਂ ਪੇਸ਼ੈਂਟ ਦਾ ਧਿਆਨ ਰੱਖਣ ਵਾਲਿਆਂ ਵਿੱਚ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਪੂਰੀ ਪੇਸ਼ੈਂਟ ਦੀ ਹਿਸਟਰੀ ਕੀ ਹੈ, ਉਹਨੂੰ ਕੀ ਟ੍ਰੀਟਮੈਂਟ ਦਿੱਤਾ ਗਿਆ ਹੈ। ਪੇਸ਼ੈਂਟ ਲਈ ਤੁਹਾਨੂੰ ਸਾਰੀਆਂ ਚੀਜ਼ਾਂ ਉਹਦੀਆਂ ਸਮੇਂ ਸਿਰ ਕਰਨੀਆਂ ਪੈਣਗੀਆਂ। ਉਹਨੂੰ ਸਾਰੇ ਟਾਸਕਸ ਵਿੱਚ ਉਹਦੀ ਮਦਦ ਕਰਨੀ ਪਏਗੀ ਤੇ ਉਹਨੂੰ ਪੂਰਾ ਇਮੋਸ਼ਨਲ ਸਪੋਰਟ ਦੇਣਾ ਪਏਗਾ। ਅੱਜਕੱਲ ਬ੍ਰੇਨ ਟਿਊਮਰ ਦਾ ਇਲਾਜ ਪੂਰੀ ਤਰ੍ਹਾਂ ਸੰਭਾਵਿਤ ਹੈ ਤੇ ਪੇਸ਼ੈਂਟ ਨੂੰ ਘਰ ਰੱਖਣ ਦੇ ਬਜਾਏ ਜੇ ਉਹਨੂੰ ਇਸ ਤਰ੍ਹਾਂ ਦੇ ਕੋਈ ਵੀ ਸਿੰਪਟਮ ਆਉਂਦੇ ਹਨ ਜੋ ਕਿ ਮੈਂ ਤੁਹਾਨੂੰ ਦੱਸੇ, ਤੁਹਾਨੂੰ ਡਾਕਟਰ ਨੂੰ ਅਪਰੋਚ ਕਰਕੇ ਸਮੇਂ ਸਿਰ ਇਹਦਾ ਇਲਾਜ ਕਰਵਾਉਣਾ ਚਾਹੀਦਾ।